ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਪੰਥ ਦੀਆਂ ਜਥੇਬੰਦੀਆਂ ਬੈਠੀਆਂ। ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗਾ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸ਼ਾਂਤ ਮਾਹੌਲ ਦੇ ਵਿੱਚ ਅਸੀਂ ਬੁਲਾਰਿਆਂ ਨੂੰ ਸੁਣ ਰਹੇ ਹਾਂ, ਸੁਣਿਆ। ਅੱਜ ਜੋ ਦੁਖਾਂਤ ਅਸੀਂ ਆਪਣੇ ਪਿੰਡਾਂ ਤੇ ਹੰਢਾ ਰਹੇ ਹਾਂ ਉਹ ਬਹੁਤ ਦੁਖਦ ਹੈ। ਦੋ ਤਰ੍ਹਾਂ ਦੇ ਧੱਕੇ, ਦੋ ਤਰ੍ਹਾਂ ਦਾ ਜ਼ੁਲਮ ਸਾਡੇ ਪਿੰਡਾਂ ਦੇ ਉੱਤੇ ਹੋ ਰਿਹਾ। ਇੱਕ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦਾ, ਅਸੀਂ ਬਣ ਵੀ ਚੁੱਕੇ ਹਾਂ, ਤੇ ਦੂਸਰਾ ਸਰੀਰਕ ਤੌਰ ਤੇ ਗੁਲਾਮ ਬਣਾਉਣ ਦਾ। ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਸਭ ਤੋਂ ਜੇ ਉਪਜਾਊ ਧਰਤੀ ਹੈ ਤੇ ਉਹ ਕੇਵਲ ਤੇ ਕੇਵਲ ਪੰਜਾਬ ਦੀ ਹੈ। ਤੇ ਪੰਜਾਬ ਤੋਂ ਮੇਰਾ ਮਤਲਬ ਇਹ ਅੱਜ ਦਾ ਪੰਜਾਬ ਨਹੀਂ, ਬਲਕਿ ਯਮਨਾ ਦਰਿਆ ਤੋਂ ਲੈ ਕੇ ਅਟਕ ਦਰਿਆ ਤੱਕ ਦਾ ਜਿਹੜਾ ਪੰਜਾਬ ਹੈ, ਜਿਹਨੂੰ ਮਹਾਂ ਪੰਜਾਬ ਆਪਾਂ ਕਹਿ ਦਈਏ, ਅਤ ਕਥਨੀ ਨਹੀਂ ਹੈ। ਇਹ ਧਰਤੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ। ਇਹਦਾ ਅੱਧਾ ਹਿੱਸਾ ਪਾਕਿਸਤਾਨ ਦੇ ਕੋਲ ਹੈ ਔਰ ਅੱਧਾ ਹਿੱਸਾ ਭਾਰਤ ਦੇ ਵਿੱਚ ਹੈ। ਪਾਕਿਸਤਾਨ ਦੇ ਅੱਧੇ ਹਿੱਸੇ ਦਾ ਤਾਂ ਮੈਨੂੰ ਬਹੁਤਾ ਨਹੀਂ ਪਤਾ ਹੈ, ਪਰ ਜਿਹੜਾ ਭਾਰਤ ਦੇ ਕੋਲ ਅੱਧਾ ਹਿੱਸਾ ਹੈ ਪੰਜਾਬ ਦਾ, ਇਹ ਸਾਡੇ ਰਾਹੀਂ ਜਿਸ ਸਟੇਟ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਤਕਰੀਬਨ ਬਰਬਾਦ ਕਰ ਦਿੱਤਾ ਗਿਆ। ਇਹ ਜਿਹੜੀ ਉਪਜਾਊ ਧਰਤੀ ਹੈ ਪੰਜਾਬ ਦੀ, ਚਾਹੇ ਉਹ ਹਰਿਆਣਾ ਹੈ, ਚਾਹੇ ਉਹ ਇਹ ਪੰਜਾਬ ਜਿਹਨੂੰ ਅਸੀਂ ਪੰਜਾਬ ਕਹਿੰਦੇ ਹਾਂ, ਜਾਂ ਕਹਿ ਦਿਓ ਕਿ ਪੰਜਾਬ ਦਾ ਉਹ ਹਿੱਸਾ ਜਿਹੜਾ ਭਾਰਤ ਦੇ ਵਿੱਚ ਹੈ, ਇਹ ਜਿਹੜੀ ਧਰਤੀ ਹੈ ਇਹ ਸਾਡੇ ਰਾਹੀਂ ਬਰਬਾਦ ਕਰ ਦਿੱਤੀ ਗਈ ਹੈ ਸਟੇਟ ਨੇ। ਔਰ ਬਰਬਾਦ ਇਸ ਕਰਕੇ ਕੀਤੀ ਹੈ ਤਾਂ ਕਿ ਅਸੀਂ ਇਸ ਧਰਤੀ ਨੂੰ ਛੱਡ ਕੇ ਫਿਰ ਚਲੇ ਜਾਈਏ, ਵੀ ਇਹ ਬਰਬਾਦ ਹੋ ਗਈ, ਹੁਣ ਅਸੀਂ ਚੱਲੇ ਹਾਂ, ਤੇ ਫਿਰ ਅਸੀਂ ਇਸ ਧਰਤੀ ਦੇ ਵਾਰਸ ਬਣ ਜਾਈਏ। ਕਿੰਨੀ ਬਰਬਾਦ ਕਰਤੀ ਹੈ। ਇੱਥੇ ਫਸਲਾਂ ਵੀ ਖਰਾਬ ਹੋ ਗਈਆਂ, ਨਸਲਾਂ ਵੀ ਖਰਾਬ ਹੋ ਗਈਆਂ। ਜਿਹੜੀਆਂ ਫਸਲਾਂ ਅੱਜ ਸਾਨੂੰ ਇਸ ਧਰਤੀ ਦੇ ਉੱਤੇ ਪੈਦਾ ਹੁੰਦੀਆਂ ਦਿਖ ਰਹੀਆਂ, ਇਹ ਫਸਲਾਂ ਬੀਜ ਰਾਹੀਂ ਨਹੀਂ ਪੈਦਾ ਹੋ ਰਹੀਆਂ, ਇਹ ਧਰਤੀ ਨਾਲ ਬਲਾਤਕਾਰ ਕਰਕੇ ਪੈਦਾ ਹੋ ਰਹੀਆਂ। ਹਰਿਆਣੇ ਦੇ ਅੰਕੜਿਆਂ ਦਾ ਤਾਂ ਮੈਨੂੰ ਨਹੀਂ ਪਤਾ, ਪਰ ਪੰਜਾਬ ਦੇ ਵਿੱਚ 625 ਅਜਿਹੇ ਸੈਂਟਰ ਖੁੱਲ੍ਹ ਚੁੱਕੇ ਹੈ ਜਿੱਥੇ ਟੈਸਟ ਟੂਬ ਬੇਬੀ ਰਾਹੀਂ ਬੱਚਿਆਂ ਦੇ ਜਨਮ ਹੋ ਰਹੇ ਆ। ਲੜਕੀਆਂ ਸਾਡੀਆਂ ਪੰਜਾਬ ਦੀਆਂ, ਲੇਕਿਨ ਸੀਮਨ ਜਿਹੜਾ ਆ ਰਿਹਾ ਉਹ ਗੈਰ ਪੰਜਾਬੀਆਂ ਦਾ ਆ ਰਿਹਾ। ਕਿਉਂ? ਕਦੇ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਤਰ੍ਹਾਂ ਚਿੰਤਨ ਕਰਨ ਦਾ ਸੁਭਾਗਾ ਸਮਝ ਨਹੀਂ ਜਿਹੜਾ ਹੈ ਉਹ ਪ੍ਰਾਪਤ ਕੀਤਾ। ਔਰ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਫਸਲਾਂ ਵੀ ਔਰ ਸਾਡੀਆਂ ਨਸਲਾਂ ਵੀ ਇਸ ਧਰਤੀ ਤੋਂ ਉਜਾੜੀਆਂ ਜਾ ਰਹੀਆਂ ਨੇ। ਇਹ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਇਸ ਧਰਤੀ ਨੂੰ ਛੱਡ ਕੇ ਚਲੇ ਜਾਈਏ, ਔਰ ਛੱਡ ਕੇ ਜਾ ਵੀ ਰਹੇ ਹਾਂ। ਕਹਿੰਦੇ ਜੀ ਰੁਜ਼ਗਾਰ ਦੀ ਸਮੱਸਿਆ ਹੈ ਤਾਂ ਕਰਕੇ ਸਾਡਾ ਨੌਜਵਾਨ ਵਿਦੇਸ਼ਾਂ 'ਚ ਜਾ ਰਿਹਾ। 50-50 ਏਕੜ ਦਾ ਕੱਲਾ ਇੱਕ ਮਾਲਕ ਬੱਚਾ ਜਿਹੜਾ ਉਹ ਵੀ ਬਾਹਰ ਜਾ ਰਿਹਾ, ਉਹਨੂੰ ਕੀ ਸਮੱਸਿਆ ਹੈ? ਸਰਕਾਰੀ ਨੌਕਰੀ ਕਰਦੇ ਜਿਹੜੇ ਨੇ ਉਹ ਬਾਹਰ ਜਾ ਰਹੇ ਆ, ਉਹਨਾਂ ਨੂੰ ਕੀ ਸਮੱਸਿਆ ਹੈ?
ਉਹਨਾਂ ਨੂੰ ਕੀ ਦਿੱਕਤ ਹੈ? ਇੱਕ ਤਾਂ ਇਹ ਅਣਡਿੱਠਾ ਜ਼ੁਲਮ ਸਾਡੇ ਉੱਪਰ ਹੋ ਰਿਹਾ, ਜਿਹਨੂੰ ਬਚਣ ਦੀ ਬੜੀ ਜ਼ਰੂਰਤ ਹੈ, ਸੋਚਣ ਦੀ ਬੜੀ ਜ਼ਰੂਰਤ ਹੈ। ਤੇ ਦੂਸਰਾ ਜਿਹੜਾ ਧੱਕਾ ਹੈ ਉਹ ਸਾਡੇ ਨਾਲ 1947 ਤੋਂ ਹੋ ਰਿਹਾ, ਸਰੀਰਕ ਤੌਰ ਤੇ ਗੁਲਾਮ ਕਰਨ ਵਾਸਤੇ ਨੈਰੇਟਿਵ ਸਿਰਜੇ ਜਾ ਰਹੇ ਨੇ, ਬਿਰਤਾਂਤ ਸਿਰਜੇ ਜਾ ਰਹੇ ਨੇ ਸਾਡੇ ਅਗੇਂਸਟ, ਸਾਡੇ ਖਿਲਾਫ। ਔਰ ਬਿਰਤਾਂਤ ਸਿਰਜ ਕੌਣ ਰਹੀ ਹੈ? ਸਟੇਟ ਸਿਰਜ ਰਹੀ ਹੈ, ਸਟੇਟ ਸਿਰਜ ਰਹੀ ਹੈ। ਇੱਕ ਗੱਲ ਸਮਝਣ ਵਾਲੀ ਹੈ ਕਿ ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਹਾਂ, ਸਟੇਟ ਆਪਣੀ ਸਥਾਪਤੀ ਲਈ ਧਰਮ ਦੀ ਵਰਤੋਂ ਜ਼ਰੂਰ ਕਰਦੀ। ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਸਟੇਟ ਆਪਣੀ ਸਥਾਪਤੀ ਲਈ, ਆਪਣੀ ਚਿਰ ਕਾਇਮੀ ਲਈ ਧਰਮ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਦੀ। ਚਾਹੇ ਉਹ ਮੁਗਲ ਸਟੇਟ ਸੀ, ਚਾਹੇ ਉਹ ਬ੍ਰਿਟਿਸ਼ ਸਟੇਟ ਸੀ, ਤੇ ਚਾਹੇ ਉਹ ਮੌਜੂਦਾ ਸਟੇਟ ਹੈ। ਜੇ ਕੋਈ ਹਿੰਦੂ ਇਹ ਕਹਿੰਦਾ ਨਾ ਕਿ ਸਟੇਟ ਸਾਡੇ ਬਾਰੇ ਸੋਚਦੀ ਹੈ, ਸਾਡੇ ਲਈ ਲੜ ਰਹੀ ਹੈ, ਤੇ ਉਹ ਬਹੁਤ ਗਲਤ ਫਹਿਮੀ 'ਚ ਹੈ, ਬਹੁਤ ਗਲਤੀ ਫਹਿਮੀ 'ਚ, ਭੁਲੇਖੇ 'ਚ ਹੈ ਕਿ ਸਟੇਟ ਉਹਦੇ ਬਾਰੇ ਸੋਚਦੀ ਹੈ, ਉਹਦੇ ਲਈ ਲੜ ਰਹੀ ਹੈ। ਲੜਦੀ ਦਿਸਦੀ ਹੈ, ਸੋਚਦੀ ਦਿਸਦੀ ਹੈ, ਸਿਰਫ ਆਪਦੀ ਸਥਾਪਤੀ ਲਈ। ਵੋਟਾਂ ਦਾ ਧਰੁਵੀਕਰਨ ਜਿਹੜਾ ਹੈ ਉਹ ਇਸ ਦੇਸ਼ ਦੇ ਅੰਦਰ ਰਾਜਨੀਤੀ ਦਾ ਪਹਿਲਾ ਅਸੂਲ ਬਣ ਚੁੱਕਿਆ। ਵੋਟਾਂ ਦਾ ਧਰੁਵੀਕਰਨ ਕਰਨ ਦੀ ਜਿਹੜੀ ਚਾਲ ਸੀ, ਸਾਜ਼ਿਸ਼ ਸੀ, ਉਸੇ ਨੇ ਹੀ 84 ਦਾ ਜਿਹੜਾ ਘੱਲੂਘਾਰਾ ਸੀ ਉਹਨੂੰ ਜਨਮ ਦਿੱਤਾ ਸੀ। ਔਰ ਵੋਟਾਂ ਦੇ ਧਰੁਵੀਕਰਨ ਨਹੀਂ ਅੱਜ ਮੁਸਲਮਾਨਾਂ ਨੂੰ ਹਾਸ਼ੀਏ ਤੇ ਧੱਕਿਆ ਹੋਇਆ, ਤੇ ਵੋਟਾਂ ਦੇ ਧਰੁਵੀਕਰਨ ਕਾਰਨ ਹੀ ਪਟਿਆਲਾ ਕਾਂਡ ਵਾਪਰਿਆ। ਪਟਿਆਲਾ ਕਾਂਡ ਜਿਹੜਾ ਹੈ ਉਹ ਵੋਟਾਂ ਦੇ ਧਰੁਵੀਕਰਨ ਕਰਨ ਦੇ ਮਕਸਦ ਲਈ ਹੀ ਵਰਤਿਆ ਹੈ, ਵਾਪਰਿਆ ਹੈ। ਕਿ ਪਹਿਲਾਂ ਇੱਕ ਭਾਈਚਾਰੇ ਦੇ ਮਨ ਦੇ ਵਿੱਚ ਡਰ ਪੈਦਾ ਕਰੋ ਕਿ ਤੁਹਾਡੇ ਲਈ ਆਹ ਲੋਕ ਜਿਹੜੇ ਨੇ ਖਤਰਾ ਨੇ। ਜਦੋਂ ਉਸ ਭਾਈਚਾਰੇ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਏ ਕਿ ਆਹ ਲੋਕ ਖਤਰਾ ਹੈ, ਫਿਰ ਉਹਨਾਂ ਲੋਕਾਂ ਨੂੰ ਫੜ ਕੇ ਕੁੱਟੋ, ਮਾਰੋ, ਉਹਨਾਂ ਤੇ ਪਰਚੇ ਦਿਓ, ਉਹਨਾਂ ਨੂੰ ਬੰਦ ਕਰ ਦਿਓ। ਤੇ ਫਿਰ ਉਹ ਦੂਜੀ ਧਿਰ ਜਿਹੜੀ ਹੈ ਉਹ ਸੋਚਦੀ ਹੈ ਵੀ ਸਾਨੂੰ ਇਹੋ ਹੀ ਬਚਾ ਸਕਦੀ ਹੈ, ਔਰ ਦਿਲ ਖੋਲ੍ਹ ਕੇ ਉਹਨਾਂ ਨੂੰ ਆਪਣੇ ਮਤ ਦਾ, ਵੋਟ ਦਾ ਦਾਨ ਦੇ ਦਿੰਦੀ। ਇਹ ਤਰਾਸਦੀ ਹੈ ਭਾਰਤ ਦੀ ਰਾਜਨੀਤੀ ਦੀ। ਔਰ ਇਸ ਧਰੁਵੀਕਰਨ ਦੀ ਰਾਜਨੀਤੀ ਨੇ, ਇੱਕ ਗੱਲ ਅਸੀਂ ਭਾਰਤੀ ਸਟੇਜ ਨੂੰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਧਰੁਵੀਕਰਨ ਦੀ ਇਹ ਜਿਹੜੀ ਰਾਜਨੀਤੀ ਹੈ ਅਪਣਾਈ ਹੋਈ ਹੈ ਹਰ ਇੱਕ ਪਾਰਟੀ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ, ਤੇ ਚਾਹੇ ਹੁਣ ਝਾੜੂ ਵਾਲੇ ਹੈ। ਧਰੁਵੀਕਰਨ ਦੀ ਰਾਜਨੀਤੀ ਜਿਹੜੀ ਹੈ ਇਹ ਹਿੰਦੁਸਤਾਨ ਦਾ ਬੇੜਾ ਬਿਠਾਏਗੀ। ਔਰ ਇਹ ਹਿੱਤ ਦੇ ਵਿੱਚ ਨਹੀਂ ਹੈ, ਕਿਸੇ ਦੇ ਹਿੱਤ 'ਚ ਨਹੀਂ ਹੈ ਧਰੁਵੀਕਰਨ ਦੀ ਰਾਜਨੀਤੀ, ਨਾ ਸਿੱਖਾਂ ਦੇ, ਨਾ ਹਿੰਦੂਆਂ ਦੇ, ਨਾ ਮੁਸਲਮਾਨਾਂ ਦੇ। ਔਰ ਇਹ ਸਾਨੂੰ ਗੱਲ ਸਾਰਿਆਂ ਨੂੰ ਰਲ ਮਿਲ ਬੈਠ ਕੇ ਸਮਝਣੀ ਪਏਗੀ। ਜਿੰਨੇ ਵੀ ਇਨਸੀਡੈਂਟ ਹੋਏ ਨੇ 1947 ਤੋਂ ਲੈ ਕੇ ਹੁਣ ਤੱਕ, ਆ ਪਟਿਆਲਾ ਕਾਂਡ ਜਿਹੜਾ ਹੈ ਇਹ ਲਾਸਟ ਹੈ ਜਿਹੜਾ ਵਾਪਰਿਆ ਪਿਛਲੇ ਦਿਨ। ਇਸ ਤੋਂ ਅੱਗੇ ਵੀ ਵਾਪਰਨ ਦਾ ਖਦਸ਼ਾ ਹੈ। ਜਿੰਨੇ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਨੇ, ਤੁਸੀਂ ਇਹਨਾਂ ਸਾਰਿਆਂ ਦਾ ਅਧਿਐਨ ਕਰਕੇ ਦੇਖਿਓ, ਐਨਾਲਿਸਿਸ ਕਰਕੇ ਦੇਖਿਓ। ਉਹਦੇ ਪਿੱਛੇ ਤੁਹਾਨੂੰ ਵੋਟਾਂ ਦੇ ਧਰੁਵੀਕਰਨ ਦੀ ਮਨਸ਼ਾ ਨਜ਼ਰ ਆਏਗੀ। ਔਰ ਇਹ ਜਿਹੜਾ ਪਟਿਆਲਾ ਕਾਂਡ ਹੈ ਇਹਦੇ ਅੰਦਰ ਵੀ ਵੋਟਾਂ ਦੇ ਧਰੁਵੀਕਰਨ ਦੀ ਮਨਸ਼ਾ ਹੈ ਸਰਕਾਰ ਦੀ। ਤੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਰਾਜ ਸਥਾਪਤੀ ਲਈ
ਭਾਈਚਾਰਿਆਂ ਦੇ ਵਿੱਚ ਫੁੱਟ ਪਾਉਣ ਦਾ ਕਾਰਜ ਜਿਹੜਾ ਹੈ ਉਹ ਸਰਕਾਰ ਕਰਨ ਤੋਂ ਬਾਜ ਆਏ। ਭਾਈਚਾਰਿਆਂ ਦਰਮਿਆਨ ਫੁੱਟ ਪਾਉਣ ਦੀ ਜਿਹੜੀ ਇਹ ਗੰਦੀ ਖੇਡ ਸਟੇਟ ਸਿਰਜ ਰਹੀ ਹੈ, ਆਪਣੀ ਸਲਾਮਤੀ ਲਈ, ਆਪਣੇ ਵਿਸਥਾਰ ਲਈ, ਆਪਣੇ ਪਸਾਰ ਲਈ, ਇਸ ਤੋਂ ਸਟੇਟ ਜਿਹੜੀ ਹੈ ਉਹ ਬਾਜ ਆਏ, ਕਿਉਂਕਿ ਇਹ ਸਟੇਟ ਦੇ ਹਿੱਤ ਦੇ ਵਿੱਚ ਵੀ ਨਹੀਂ ਹੈ। ਰਾਜ ਕਿੱਥੇ ਕਰੋਗੇ ਤੁਸੀਂ? ਧਰਤੀ ਤੇ ਵਸਣ ਵਾਲੇ ਲੋਕਾਂ ਤੇ ਹੀ ਰਾਜ ਕਰਨਾ ਨਾ। ਤੇ ਜੇ ਆਪਣੀ ਗੰਦੀ ਰਾਜਨੀਤੀ ਦੇ ਨਾਲ ਧਰਤੀ ਤੇ ਵਸਣ ਵਾਲੇ ਲੋਕਾਂ ਨੂੰ ਤੁਸੀਂ ਆਪਸ ਦੇ ਵਿੱਚ ਲੜਾ ਕੇ ਮਰਵਾ ਦਿੱਤਾ, ਨਫ਼ਰਤ ਪੈਦਾ ਕਰ ਦਿੱਤੀ, ਕਿੱਥੇ ਰਾਜ ਕਰਨਾ ਤੁਸੀਂ? ਇਸ ਕਰਕੇ ਸਰਕਾਰ ਬਾਜ ਆਏ। ਸਿੱਖ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ, ਔਰ ਜਿਵੇਂ ਇਸ ਮੰਚ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੱਕ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜਲੀਲ ਕੀਤਾ ਗਿਆ। ਕੌਮ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਨੂੰ। ਜਿਹੜੀਆਂ ਗੈਰ ਜ਼ਰੂਰੀ ਧਾਰਾਵਾਂ ਬਿਨਾਂ ਮਤਲਬ ਦੇ ਜੋੜ ਦਿੱਤੀਆਂ ਗਈਆਂ ਨੇ ਪਰਚਿਆਂ ਦੇ ਵਿੱਚ, ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਧੱਕਾ ਹੈ, ਜ਼ੁਲਮ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਂ ਇਸ ਮੰਚ ਤੋਂ ਸਟੇਟ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੌਜਵਾਨਾਂ 'ਤੇ ਤੁਸੀਂ ਗਲਤ ਪਰਚੇ ਕੀਤੇ ਨੇ, ਜਿਨ੍ਹਾਂ ਨੌਜਵਾਨਾਂ 'ਤੇ ਤੁਸੀਂ ਗਲਤ ਧਾਰਾਵਾਂ ਲਾਈਆਂ ਨੇ, ਜਿਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਤੁਸੀਂ ਥਾਣਿਆਂ ਦੇ ਵਿੱਚ ਬਿਠਾ ਕੇ ਜਲੀਲ ਕੀਤਾ, ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਹੈ। ਅਸੀਂ ਨਹੀਂ ਬਲਕਿ ਦੁਨੀਆ ਦਾ ਹਰ ਸਿੱਖ ਜਿਹੜਾ ਹੈ ਉਹ ਨਾਲ ਹੈ, ਚਾਹੇ ਉਹ ਕਿਸੇ ਵੀ ਧਰਤੀ ਦੇ ਵਿੱਚ ਵਸਦਾ ਹੈ, ਚਾਹੇ ਉਹ ਅਮਰੀਕਾ ਰਹਿੰਦਾ ਹੈ, ਕੈਨੇਡਾ ਰਹਿੰਦਾ ਹੈ, ਸਾਰੇ ਸਿੱਖ ਅਸੀਂ ਉਹਨਾਂ ਦੇ ਨਾਲ ਆ। ਔਰ ਅਸੀਂ ਇਹ ਵੀ ਅਪੀਲ ਕਰਾਂਗੇ ਸਾਰੀ ਸਿੱਖ ਸੰਗਤ ਨੂੰ ਇੱਥੇ ਬੈਠੀ ਹੈ, ਜਿਵੇਂ ਇੱਥੇ ਸੁਝਾਅ ਦਿੱਤਾ ਹੈ ਕਿ ਕਮੇਟੀ ਬਣਾਈ ਜਾਏ ਸਾਂਝੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ। ਕਮੇਟੀ ਤੁਸੀਂ ਬਣਾਉਣੀ ਹੈ। ਭਾਈ ਪਰਮਪਾਲ ਸਿੰਘ ਬੈਠੇ ਨੇ, ਹੋਰ ਸਾਰੇ ਬੈਠੇ ਨੇ। ਕਮੇਟੀ ਤੁਸੀਂ ਬਣਾਉਣੀ ਹੈ। ਤੁਸੀਂ ਬਣਾ ਕੇ ਸਾਨੂੰ ਦੱਸ ਦਿਓ, ਜਿਹੜੀ ਕਮੇਟੀ ਤੁਸੀਂ ਬਣਾਓਗੇ ਸਾਡੇ ਵੱਲੋਂ ਉਹ ਪ੍ਰਵਾਨ ਹੋਏਗੀ। ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਹੈ ਸਾਡੇ ਨਾਲੋਂ ਕਿ ਕਿਹੜੇ ਗੁਰਸਿੱਖ ਜਿਹੜੇ ਨੇ ਉਹ ਕਾਰਜਸ਼ੀਲ ਹੈ, ਕਾਰਜਸ਼ੀਲ ਰਹਿ ਸਕਦੇ ਨੇ, ਵਧੀਆ ਕੰਮ ਕਰ ਸਕਦੇ ਨੇ। ਉਹ ਫਿਰ ਜਿਹੜੀ ਕਮੇਟੀ ਬਣੇਗੀ, ਜਿਹੜੀ ਕਮੇਟੀ ਤੁਸੀਂ ਬਣਾਓਗੇ, ਉਹਨਾਂ ਨਾਲ ਬੈਠ ਕੇ ਫਿਰ ਅਗਲੀ ਰਣਨੀਤੀ ਜਿਹੜੀ ਹੈ ਉਹ ਜ਼ਰੂਰ ਘੜੀ ਜਾਏਗੀ। ਅਤੇ ਫਿਰ ਉਹਦਾ ਐਲਾਨ ਜਿਹੜਾ ਹੈ ਉਸ ਕਮੇਟੀ ਵੱਲੋਂ ਜਿਹੜੀ ਰਣਨੀਤੀ ਘੜੀ ਜਾਏਗੀ, ਜਿਹੜੀ ਨੀਤੀ ਬਣਾਈ ਜਾਏਗੀ, ਉਹਦਾ ਐਲਾਨ ਜਿਹੜਾ ਹੈ ਉਹ ਮੀਡੀਆ ਰਾਹੀਂ ਆਪ ਸਿੱਖ ਸੰਗਤਾਂ ਤੱਕ ਪਹੁੰਚਾ ਦਿੱਤਾ ਜਾਏਗਾ। ਕਿਉਂਕਿ ਆਪਾਂ ਨੂੰ ਹੁਣ ਡਿਪਲੋਮੈਟਿਕ ਜਿਹੜਾ ਹੈ ਉਹ ਹੋਣਾ ਪੈਣਾ ਹੈ। ਅਸੀਂ ਡਿਪਲੋਮੈਟਿਕ ਨਹੀਂ ਹਾਂ। ਇੱਕ ਇਹ ਵੀ ਸਾਡੀ ਸਮੱਸਿਆ ਕਿ ਅਸੀਂ ਡਿਪਲੋਮੈਟਿਕ ਨਹੀਂ ਹਾਂ। ਜਿਵੇਂ ਇੱਥੋਂ ਵੀਰ ਵੀ ਬੋਲ ਕੇ ਗਏ ਆ, ਅਸੀਂ ਜਜ਼ਬਾਤੀ ਹਾਂ। ਇਹ ਸਾਡਾ ਸੁਭਾਅ ਹੈ, ਇਹ ਸਾਡਾ ਸੁਭਾਅ ਹੈ ਕਿ ਅਸੀਂ ਜਜ਼ਬਾਤੀ ਹਾਂ, ਜਜ਼ਬਾਤੀ ਹੋ ਜਾਂਦੇ ਹਾਂ। ਪਰ ਜਜ਼ਬਾਤੀ ਹੋਇਆਂ ਕਈ ਗੱਲਾਂ ਜਿਹੜੀਆਂ ਉਹ ਗਲਤ ਹੋ ਜਾਂਦੀਆਂ। ਇਸ ਕਰਕੇ ਅਸੀਂ ਡਿਪਲੋਮੈਟਿਕ ਹੋਈਏ। ਇੱਕ ਮੈਂ ਜ਼ਰੂਰ ਸਾਰਿਆਂ ਨੂੰ ਕਹੂੰਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਿਤਾਬ ਛਾਪਦੀ ਹੈ, ਉਹਦਾ ਨਾਂ ਹੈ ਜਥੇਬੰਦੀ, ਸਿੱਖ ਜਥੇਬੰਦੀ। ਉਹ ਕਿਤਾਬ ਜ਼ਰੂਰ ਪੜ੍ਹੋ ਸਾਰੇ, ਜਿੰਨੇ ਵੀ ਤੁਸੀਂ ਬੈਠੇ ਹੋ, ਜਥੇਬੰਦੀਆਂ ਦੇ ਨੁਮਾਇੰਦੇ ਹੋ, ਜਥੇਬੰਦੀਆਂ ਦੇ ਮੈਂਬਰ ਹੋ, ਹਰ ਇੱਕ ਮੈਂਬਰ ਜਿਹੜਾ ਹੈ ਉਹ ਕਿਤਾਬ ਜਿਹੜੀ ਹੈ ਉਹ ਜ਼ਰੂਰ ਪੜ੍ਹੇ। ਇੱਕ ਵੀਰ ਬੜਾ ਸੋਹਣੀ ਗੱਲ ਕਰਕੇ ਗਿਆ ਹੈ ਕਿ ਲੜਾਈ ਜਿਹੜੀ ਹੈ ਸੰਗਠਨ ਲੜਦੇ ਹੁੰਦੇ ਆ, ਔਰ ਜਿਹੜੀ ਲੜਾਈ ਸੰਗਠਨ ਲੜਦੇ ਹੁੰਦੇ ਆ ਉਹ ਲੜਾਈ ਕਾਮਯਾਬੀ ਹੁੰਦੀ ਹੈ। ਸਾਨੂੰ ਸੰਗਠਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੈਡਰ ਡਿਵੈਲਪ ਕਰਨਾ ਪਏਗਾ, ਅਤੇ ਫਿਰ ਉਸ ਕੈਡਰ ਨੂੰ ਸੰਗਠਿਤ ਕਰਨਾ ਪਏਗਾ। ਜਦੋਂ ਅਸੀਂ ਕੈਡਰ ਬਣਾ ਲਿਆ, ਕੈਡਰ ਨੂੰ ਸੰਗਠਿਤ ਕਰ ਲਿਆ, ਫਿਰ ਜਦੋਂ ਉਹ ਸੰਗਠਨ ਜਿਹੜਾ ਲੜਾਈ ਲੜੂਗਾ ਅਤੇ ਅਸੀਂ ਸਟੇਟ ਨੂੰ ਚੁਣੌਤੀ ਦੇ ਸਕਾਂਗੇ। ਵਰਨਾ ਅਸੀਂ ਚੁਣੌਤੀ ਨਹੀਂ ਦੇ ਸਕਾਂਗੇ, ਕਿਉਂਕਿ ਸਟੇਟ ਕੋਲੇ ਪਾਵਰ ਹੈ, ਸਟੇਟ ਕੋਲੇ ਤਾਕਤ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਉਸ ਤੋਂ ਵੱਡੀ ਪਾਵਰ ਹੈ ਗੁਰੂ ਦੀ, ਸਾਡੇ ਕੋਲ ਉਸ ਤੋਂ ਵੱਡੀ ਪਾਵਰ ਹੈ ਗੁਰੂ ਦੀ। ਪਰ ਗੁਰੂ ਦੀ ਜਿਹੜੀ ਸ਼ਕਤੀ ਹੈ, ਗੁਰੂ ਦੀ ਪਾਵਰ ਜਿਹੜੀ ਹੈ, ਗੁਰੂ ਦੀ ਤਾਕਤ ਜਿਹੜੀ ਹੈ,
ਉਹ ਸਾਡੇ ਰਾਹੀਂ ਤਾਂ ਜਿਹੜਾ ਹੈ ਉਹ ਪ੍ਰਕਾਸ਼ਿਤ ਹੋਏਗੀ ਜੇ ਅਸੀਂ ਆਪਣਾ ਕੇਡਰ ਡਿਵੈਲਪ ਕਰਕੇ ਉਹਨੂੰ ਸੰਗਠਿਤ ਕਰ ਲਿਆ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਕੇਡਰ ਬਣਾਓ, ਸਾਰੇ ਜਥੇਬੰਦੀਆਂ ਸਿਰ ਜੋੜ ਕੇ ਬੈਠੋ, ਕੇਡਰ ਕਾਇਮ ਕਰੋ, ਕੇਡਰ ਨੂੰ ਸੰਗਠਿਤ ਕਰੋ, ਕਿਉਂਕਿ ਬਿਖਰਿਆ ਹੋਇਆ ਕੇਡਰ ਜਿਹੜਾ ਹੈ ਇਹ ਵੀ ਕੁਝ ਨਹੀਂ ਸਵਾਰ ਸਕਦਾ। ਬਿਖਰੀਆਂ ਹੋਈਆਂ ਜਥੇਬੰਦੀਆਂ ਕੁਝ ਨਹੀਂ ਸਵਾਰ ਸਕਦੀਆਂ। ਜਦੋਂ ਸਾਡਾ ਕੇਡਰ, ਸਾਡੀਆਂ ਬਿਖਰੀਆਂ ਹੋਈਆਂ ਜਥੇਬੰਦੀਆਂ ਸੰਗਠਿਤ ਹੋ ਜਾਣਗੀਆਂ ਤੇ ਉਹ ਸੰਗਠਨ ਜਦੋਂ ਕੌਮ ਦੀ ਲੜਾਈ ਲੜੂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਦੇ ਥੱਲੇ, ਤੇ ਗੁਰੂ ਦੀ ਕਲਾ ਜਿਹੜੀ ਹੈ, ਗੁਰੂ ਦੀ ਸ਼ਕਤੀ ਜਿਹੜੀ ਹੈ ਉਹ ਜ਼ਰੂਰ ਵਰਤੇਗੀ। ਅਤੇ ਜਦੋਂ ਗੁਰੂ ਦੀ ਸ਼ਕਤੀ ਵਰਤੇਗੀ ਤਾਂ ਮੈਂ ਦਾਅਵੇ ਨਾਲ ਕਹਿਣਾ ਹੈ ਕਿ ਜਦੋਂ ਗੁਰੂ ਦੀ ਸ਼ਕਤੀ ਵਰਤ ਗਈ ਤੇ ਫਿਰ ਇਹ ਲਾਲ ਕਿਲਾ ਜਿਹੜਾ ਹੈ ਉਹ ਜ਼ਰੂਰ ਝੁਕੇਗਾ। ਮੈਂ ਇੱਕ ਤਸਵੀਰ ਦੇਖੀ ਸੀ ਬੜੀ ਖੂਬਸੂਰਤ, ਕਾਫੀ ਸਾਲ ਪਹਿਲਾਂ। ਇੱਕ ਸਿੰਘ ਲਾਲ ਕਿਲੇ ਦੇ ਕੋਲ ਗੁਜ਼ਰਿਆ ਜਾਂਦਾ ਹੈ ਔਰ ਲਾਲ ਕਿਲੇ ਨੂੰ ਕਹਿੰਦਾ ਹੈ, ਉਹ ਲਾਲ ਕਿਲਿਆ ਤੂੰ ਮੇਰੇ ਅੱਗੇ ਝੁੱਕ ਕੇ ਸਲਾਮ ਨਹੀਂ ਕੀਤੀ? ਤੇ ਅੱਗੋਂ ਲਾਲ ਕਿਲਾ ਕਹਿੰਦਾ, ਤੂੰ ਕਿਹੜਾ ਬਘੇਲ ਸਿੰਘ ਹੈ? ਤਾਂ ਸਾਨੂੰ ਉਹਨਾਂ ਮਹਾਨ ਯੋਧਿਆਂ, ਸੂਰਬੀਰਾਂ ਦੇ ਵਾਰਸ ਜਿਹੜਾ ਹੈ ਉਹ ਬਣ ਕੇ ਦਿਖਾਉਣਾ ਪਏਗਾ। ਜਦੋਂ ਸਹੀ ਮਾਇਨਿਆਂ 'ਚ ਅਸੀਂ ਵਾਰਸ ਬਣਾਂਗੇ ਤੇ ਗੁਰੂ ਸਾਡੇ 'ਤੇ ਜ਼ਰੂਰ ਕਿਰਪਾ ਕਰੂ। ਮੇਰਾ ਵਿਸ਼ਵਾਸ ਹੈ ਕਿ ਗੁਰੂ ਉਹਨਾਂ ਸਿੱਖਾਂ 'ਤੇ ਜ਼ਰੂਰ ਕਿਰਪਾ ਕਰਦਾ ਹੈ ਜਿਹੜਾ ਆਪਣੇ ਮਨ ਭੇਦ ਭਾਵ ਮਿਟਾ ਕੇ ਗੁਰੂ ਲਈ, ਗੁਰੂ ਕੇ ਪੰਥ ਲਈ ਚੱਲਦੇ ਨੇ ਕਾਫਲੇ ਬਣਾ ਕੇ। ਗੁਰੂ ਦੀ ਕਲਾ ਉਹਨਾਂ ਕਾਫਲਿਆਂ ਦੇ ਵਿੱਚ ਜ਼ਰੂਰ ਵਰਤਦੀ ਹੈ। ਮੈਂ ਤੁਹਾਡਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਇਕੱਠੇ ਹੋਏ ਹੋ। ਇਹ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਹੈ, ਕੌਮ ਦਾ ਹੈ, ਔਰ ਕੌਮ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ। ਇਸ ਕਰਕੇ ਇਹ ਇੱਕ ਮੰਚ ਹੈ, ਗੱਲ ਕਰਨ ਦਾ ਇਹ ਇੱਕ ਮੰਚ ਹੈ। ਜਿਵੇਂ ਭਾਰਤੀ ਲੋਕਾਂ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਪਾਰਲੀਮੈਂਟ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਵਿਧਾਨ ਸਭਾ ਹੈ, ਔਰ ਖਾਲਸਾ ਪੰਥ ਦੀ ਗੱਲ ਕਰਨ ਦਾ ਜਿਹੜਾ ਮੰਚ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਬੈਠੀਏ, ਜ਼ਾਬਤੇ ਦੇ ਨਾਲ ਬੈਠੀਏ, ਪਿਆਰ ਦੇ ਨਾਲ ਬੈਠੀਏ, ਇਤਫਾਕ ਦੇ ਨਾਲ ਬੈਠੀਏ ਤੇ ਗੁਰੂ ਕਲਾ ਨਾ ਵਰਤਾਵੇ, ਇਹ ਕਦੇ ਹੋ ਨਹੀਂ ਸਕਦਾ ਹੈ। ਮੈਂ ਬਹੁਤ ਮੈਂ ਕਿਉਂਕਿ ਨਾਮ ਲੈਣ ਲੱਗਾ ਤਾਂ ਬੜਾ ਲੰਬਾ ਸਮਾਂ ਲੱਗ ਜਾਏਗਾ। ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਧੰਨਵਾਦ ਕਰਦਾ, ਔਰ ਖ਼ਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਦਾ, ਜਿਨ੍ਹਾਂ ਨੇ ਅਰੇਂਜਮੈਂਟ ਕੀਤਾ। ਅਰਦਾਸ ਆਪਾਂ ਕਰਨੀ ਹੈ ਇੱਥੇ ਹੀ 71 ਦੀ ਸਮਾਪਤੀ ਦੀ, ਤੇ ਉਸ ਤੋਂ ਬਾਅਦ ਇੱਥੇ ਹੀ ਆਪਾਂ ਪੰਗਤਾਂ ਲਾ ਲੈਣੀਆਂ, ਪ੍ਰਸ਼ਾਦਾ ਆਪਾਂ ਇੱਥੇ ਹੀ ਬੈਠ ਕੇ ਛਕਣਾ, ਤੇ ਫਿਰ ਪ੍ਰਸ਼ਾਦਾ ਛਕ ਕੇ ਜਿਹੜਾ ਹੈ ਉਹ ਆਪਾਂ ਸਾਰਿਆਂ ਨੇ ਜਿਹੜਾ ਜਾਣਾ ਹੈ। ਤੇ ਮੈਂ ਭਾਈ ਪਰਮਪਾਲ ਸਿੰਘ ਜੀ ਨੂੰ ਕਹਾਂਗਾ ਕਿ ਬੇਸ਼ੱਕ ਇੱਥੇ ਬੈਠ ਜਾਓ, ਜਿੱਥੇ ਬੈਠ ਜਾਓ, ਕੱਲ੍ਹ ਨੂੰ ਬੈਠ ਜਾਓ, ਅੱਜ ਬੈਠ ਜਾਓ, ਹੁਣ ਬੈਠ ਜਾਓ, ਤੁਸੀਂ ਸਾਰੇ ਰਲ ਮਿਲ ਕੇ ਇੱਕ ਕਮੇਟੀ ਦਾ ਗਠਨ ਜਿਹੜਾ ਹੈ ਉਹ ਕਰ ਲਓ, ਸਾਨੂੰ ਦੱਸ ਦਿਓ, ਸਾਡੇ ਵੱਲੋਂ ਉਹ ਕਮੇਟੀ ਜਿਹੜੀ ਹੈ ਪ੍ਰਵਾਨ ਹੋਏਗੀ। ਇੰਨੇ ਸ਼ਬਦ ਪ੍ਰਵਾਨ ਕਰਨੇ, ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।